ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA TV ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ਾਨ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਜਾਸੂਸੀ ਲਈ ਅਮਰੀਕਾ ਕਰ ਰਿਹਾ AI ਦੀ ਵਰਤੋਂ। ਸਾਲ 2026 ਲਈ H1B ਵੀਜ਼ਾ ਦੀ ਮੁੱਢਲੀ ਚੋਣ ਪ੍ਰਕਿਰਿਆ ਪੂਰੀ। ਭਾਰਤੀਆਂ ਲਈ ਬਾਹਰ ਜਾਣਾ ਹੋਇਆ ਮਹਿੰਗਾ। UK ਤੇ ਆਸਟ੍ਰੇਲੀਆ ਨੇ ਵਧਾਈ ਵੀਜ਼ਾ ਤੇ ਟਿਊਸ਼ਨ ਫੀਸ। ਡੋਨਾਲਡ ਟਰੰਪ ਦਾ ਟੈਰਿਫ ਬੰਬ, ਭਾਰਤ ਤੇ ਲਾਇਆ 26% ਟੈਰਿਫ। ਟਰੰਪ ਪ੍ਰਸ਼ਾਸਨ ਨੂੰ ਵੱਡਾ ਝਟਕਾ, ਬੇਸਹਾਰਾ ਪ੍ਰਵਾਸੀ ਬੱਚਿਆਂ ਨੂੰ ਲੈ ਕੇ ਜੱਜ ਨੇ ਜਾਰੀ ਕੀਤੇ ਹੁਕਮ। ਟਰੰਪ ਨੇ ਕੀਤਾ ਐਲਾਨ, ਐਲੋਨ ਮਸਕ ਦੀ ਅਮਰੀਕੀ ਸਰਕਾਰ ਤੋਂ ਹੋਵੇਗੀ ਛੁੱਟੀ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਸਖਤ ਨੀਤੀਆਂ ਅਪਣਾਏ ਹੋਏ ਹਨ। ਤਾਜ਼ਾ ਜਾਣਕਾਰੀ ਮੁਤਾਬਕ ਅਮਰੀਕੀ ਸਰਕਾਰ ਵਿਦੇਸ਼ੀ ਵਿਦਿਆਰਥੀਆਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਦੇਸ਼ ਨਿਕਾਲਾ ਦੇਣ ਲਈ AI ਟੈਕਨੋਲੋਜੀ ਦੀ ਵਰਤੋਂ ਕਰ ਰਹੀ ਹੈ, ਜੋ ਹਮਾਸ ਅਤੇ ਹੋਰ ਨਾਮਜ਼ਦ ਅੱਤਵਾਦੀ ਸਮੂਹਾਂ ਦਾ ਸਮਰਥਨ ਕਰਦੇ ਪ੍ਰਤੀਤ ਹੁੰਦੇ ਹਨ। ਵਿਦੇਸ਼ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਐਕਸੀਓਸ ਨੂੰ ਦੱਸਿਆ ਕਿ AI ਟੈਕਨੋਲੋਜੀ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਜਾਸੂਸੀ ਕਰਨ ਦੇ ਇਸ ਪ੍ਰੋਗਰਾਮ ਦੀ ਅਗਵਾਈ ਵਿਦੇਸ਼ ਮੰਤਰੀ ਮਾਰਕੋ ਰੂਬੀਓ ਕਰ ਰਹੇ ਹਨ। ਵਿਦੇਸ਼ ਵਿਭਾਗ ਦੀ ਪਹਿਲਕਦਮੀ ਦੇ 3 ਹਫ਼ਤਿਆਂ ਦੇ ਅੰਦਰ ਅਮਰੀਕਾ ਵਿੱਚ 300 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਹਨ। ਟਾਈਮਜ਼ ਆਫ ਇੰਡੀਆ ਨੇ ਦੱਸਿਆ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਈਮੇਲ ਪ੍ਰਾਪਤ ਹੋਏ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਹਨ ਅਤੇ ਉਹਨਾਂ ਨੂੰ CBPM ਹੋਮ ਐਪ ਦੇ ਵਰਤੋਂ ਕਰਕੇ ਸਵੈ ਦੇਸ਼ ਨਿਕਾਲਾ ਦੇਣ ਲਈ ਕਿਹਾ ਗਿਆ ਹੈ। ਰੂਬੀਓ ਨੇ 27 ਮਾਰਚ ਨੂੰ ਕਿਹਾ, ਅਸੀਂ ਹਰ ਰੋਜ਼ ਇਨ੍ਹਾਂ ਪਾਗਲਾਂ ਦੀ ਭਾਲ ਕਰ ਰਹੇ ਹਾਂ ਜੋ ਚੀਜ਼ਾਂ ਨੂੰ ਖਰਾਬ ਕਰ ਰਹੇ ਹਨ। ਉਹਨੇ ਕਿਹਾ ਕਿ ਮੈਂ ਹਰ ਦੇਸ਼ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕਰਦਾ ਹਾਂ, ਕਿਉਂਕਿ ਮੈਨੂੰ ਲੱਗਦਾ ਹੈ ਕਿ ਆਪਣੇ ਦੇਸ਼ ਵਿੱਚ ਵਿਦਿਆਰਥੀਆਂ ਨੂੰ ਸੱਦਾ ਦੇਣਾ ਪਾਗਲਪਨ ਹੈ ਜੋ ਤੁਹਾਡੇ ਕੈਂਪਸ ਵਿੱਚ ਆ ਰਹੇ ਹਨ ਅਤੇ ਇਸ ਨੂੰ ਅਸਥਿਰ ਕਰ ਰਹੇ ਹਨ। 2024 ਓਪਨ ਡੋਰਸ ਰਿਪੋਰਟ ਅਨੁਸਾਰ ਕੁੱਲ ਮਿਲਾ ਕੇ ਅਮਰੀਕਾ ਨੇ 2023 ਤੇ 24 ਅਕੈਡਮਿਕ ਸਾਲ ਦੇ ਵਿੱਚ ਰਿਕਾਰਡ 1.1 ਮਿਲੀਅਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੇਜ਼ਬਾਨੀ ਕੀਤੀ, ਜਿਨ੍ਹਾਂ ਦੇ ਵਿੱਚੋਂ 3,30,000 ਭਾਰਤ ਸਨ। F1 ਵੀਜ਼ਾ ਅਕੈਡਮਿਕ ਵਿਦਿਆਰਥੀਆਂ ਲਈ ਹੈ, M1 ਇੱਕ ਕਿੱਤਾ ਮੁਖੀ ਵਿਦਿਆਰਥੀਆਂ ਲਈ ਹੈ ਅਤੇ J1 ਅਮਰੀਕਾ ਵਿੱਚ ਐਕਸਚੇਂਜ ਵਿਜ਼ਟਰ ਲਈ ਹੈ। ਐਕਸੀਓਸ ਦੀ ਰਿਪੋਰਟ ਅਨੁਸਾਰ ਹਮਾਸ ਨੇ 7 ਅਕਤੂਬਰ 2023 ਨੂੰ ਇਜ਼ਰਾਈਲ ਤੇ ਹਮਲਾ ਕਰਨ ਤੋਂ ਬਾਅਦ ਪ੍ਰਗਟ ਕੀਤੇ ਗਏ ਕਥਿਤ ਅੱਤਵਾਦੀ ਹਮਦਰਦੀ ਦੇ ਸਬੂਤਾਂ ਲਈ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਇਮੀਗ੍ਰੇਸ਼ਨ ਵਕੀਲ ਨੇ ਟਾਈਮਜ਼ ਆਫ ਇੰਡੀਆ ਨੂੰ ਦੱਸਿਆ ਕਿ ਈਮੇਲ ਸਿਰਫ ਉਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹੀ ਨਹੀਂ ਭੇਜੇ ਗਏ ਜਿਨ੍ਹਾਂ ਨੇ ਕੈਂਪਸ ਵਿਰੋਧ ਪ੍ਰਦਰਸ਼ਨਾਂ ਵਿੱਚ ਸਰੀਰਕ ਤੌਰ ਤੇ ਹਿੱਸਾ ਲਿਆ, ਸਗੋਂ ਉਹਨਾਂ ਨੂੰ ਵੀ ਭੇਜੇ ਗਏ ਜਿਨ੍ਹਾਂ ਨੇ ਸ਼ਾਇਦ ਰਾਸ਼ਟਰੀ ਵਿਰੋਧੀ ਮੰਨੀਆਂ ਜਾਂਦੀਆਂ ਪੋਸਟਾਂ ਸਾਂਝੀਆਂ ਜਾਂ ਪਸੰਦ ਕੀਤੀਆਂ ਹਨ। ਇਮੀਗ੍ਰੇਸ਼ਨ ਵਕੀਲ ਨੇ TOI ਨੂੰ ਦੱਸਿਆ ਕਿ ਰੂਬੀਓ ਦੁਆਰਾ 25 ਮਾਰਚ ਨੂੰ ਦਿੱਤੇ ਅੰਦਰੂਨੀ ਨਿਰਦੇਸ਼ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਵੈ ਦੇਸ਼ ਨਿਕਾਲੇ ਦੇ ਈਮੇਲ ਭੇਜਣ ਵਿੱਚ ਤੇਜ਼ੀ ਆਈ ਹੈ, ਜਿਸ ਵਿੱਚ ਅਮਰੀਕਾ 'ਚ ਵਿਦੇਸ਼ੀ ਵਿਦਿਆਰਥੀਆਂ ਅਤੇ ਬਿਨੇਕਾਰਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਲਾਜ਼ਮੀ ਸਮੀਖਿਆ ਦਾ ਨਿਰਦੇਸ਼ ਦਿੱਤਾ ਗਿਆ ਸੀ। ਵਿੱਤੀ ਵਰ੍ਹੇ 2026 ਲਈ H1B ਵੀਜ਼ਾ ਲੋਟਰੀ ਲਈ ਮੁੱਢਲੀ ਚੋਣ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। 31 ਮਾਰਚ ਨੂੰ 85,000 ਦੀ ਸਾਲਾਨਾ ਲਿਮਿਟ ਪੂਰੀ ਹੋ ਚੁੱਕੀ ਹੈ। ਜਾਣਕਾਰੀ ਲਈ ਇੱਕ ਸਾਲ 'ਚ 65,000 H1B ਵੀਜ਼ਾ ਜਾਰੀ ਕੀਤੇ ਜਾਂਦੇ ਹਨ। ਲੋਟਰੀ ਰਾਹੀਂ ਚੋਣ ਪ੍ਰਕਿਰਿਆ ਪੂਰੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ 20,000 ਵੀਜ਼ਾ ਉਹਨਾਂ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਨੇ ਅਮਰੀਕਾ ਦੇ ਕਾਲਜ ਜਾਂ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕੀਤੀ ਹੈ। ਇਹ ਜਾਣਨਾ ਜ਼ਰੂਰੀ ਹੈ ਕਿ ਅਮਰੀਕਾ 'ਚ ਨੌਕਰੀ ਲਈ H1B ਵੀਜ਼ਾ ਬਹੁਤ ਜ਼ਰੂਰੀ ਹੁੰਦਾ ਹੈ। ਜੇ ਤੁਸੀਂ ਵੀ ਅਮਰੀਕਾ 'ਚ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ H1B ਵੀਜ਼ਾ ਹਾਸਲ ਕਰਨ ਤੇ ਜ਼ੋਰ ਦੇਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੇ ਲੋਟਰੀ ਅਪਲਾਈ ਕੀਤੀ ਹੈ ਉਹ ਆਪਣੇ USCIS ਅਕਾਊਂਟ 'ਚ ਜਾ ਕੇ ਦੇਖ ਸਕਦੇ ਹਨ ਕਿ ਉਹਨਾਂ ਦੀ ਚੋਣ ਹੋਈ ਹੈ ਜਾਂ ਨਹੀਂ ਹੋਈ। USCIS ਨੇ ਜ਼ਰੂਰੀ ਕੋਟਾ ਪੂਰਾ ਕਰਨ ਲਈ ਯੋਗ ਪੰਜੀਕਰਨਾਂ 'ਚੋਂ ਕਾਫੀ ਲਾਭਪਾਤਰੀਆਂ ਦੀ ਚੋਣ ਕੀਤੀ ਹੈ। ਹੁਣ ਜਦੋਂ ਕਿ ਮੁੱਢਲੀ ਚੋਣ ਪ੍ਰਕਿਰਿਆ ਪੂਰੀ ਹੋ ਗਈ ਹੈ,
ਉਹ ਚੁਣੇ ਗਏ ਲਾਭਪਾਤਰੀਆਂ H1B ਕੈਪ ਵੀਜ਼ਾ ਪਟੀਸ਼ਨ ਦਾਇਰ ਕਰਨ ਲਈ ਯੋਗ ਹਨ। ਬਿਨੇਕਾਰ ਨੂੰ ਹਰ ਲਾਭਪਾਤਰੀ ਨੂੰ ਇਲੈਕਟ੍ਰੋਨਿਕ ਰੂਪ 'ਚ ਰਜਿਸਟਰ ਕਰਨ ਲਈ USCIS ਆਨਲਾਈਨ ਖਾਤੇ ਦਾ ਇਸਤੇਮਾਲ ਕਰਨਾ ਹੋਵੇਗਾ। हर लाभपात्री ਲਈ $215 H1B रजिस्ट्रेशन फीस का भुगतान किया जाएगा। USCIS ने H1B रजिस्ट्रेशन फीस ਨੂੰ प्रति लाभपात्री $10 ਤੋਂ ਵਧਾ ਕੇ $215 ਕਰ ਦਿੱਤੀ ਹੈ। H1B ਮੁਲਾਜ਼ਮਾਂ ਨੂੰ ਰੋਜ਼ਗਾਰ ਦੇਣ ਦੇ ਇਰਾਦੇ ਵਾਲੇ ਸੰਭਾਵੀ ਪਟੀਸ਼ਨਰਸ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਨੀ ਹੁੰਦੀ ਹੈ। ਹਰ ਵਿੱਤੀ ਵਰੇ 'ਚ ਮੁੱਢਲੀ ਰਜਿਸਟ੍ਰੇਸ਼ਨ ਮਿਆਦ 14 ਦਿਨਾਂ ਤੱਕ ਚੱਲਦੀ ਹੈ। ਜਿਨ੍ਹਾਂ ਲੋਕਾਂ ਨੇ ਸਿਲੈਕਸ਼ਨ ਰਜਿਸਟ੍ਰੇਸ਼ਨ ਕਰਵਾਈ ਹੋਵੇਗੀ ਸਿਰਫ ਉਹੀ H1B ਕੈਪ ਵੀਜ਼ਾ ਪਟੀਸ਼ਨ ਦਾਇਰ ਕਰਦੇ ਯੋਗ ਹੋਣਗੇ। यूके ਤੇ ਆਸਟ੍ਰੇਲੀਆ ਨੇ ਇਸ ਵਿੱਤੀ ਸਾਲ ਵਿੱਚ ਭਾਰਤੀ ਵਿਦਿਆਰਥੀਆਂ ਅਤੇ ਸੈਲਾਨੀਆਂ ਲਈ ਵੀਜ਼ਾ ਫੀਸਾਂ ਵਿੱਚ ਵਾਧਾ ਕੀਤਾ ਹੈ। ਇਹ ਫੀਸ ਅਪ੍ਰੈਲ 2025 ਤੋਂ ਲਾਗੂ ਕੀਤੀ ਗਈ ਹੈ। ਦੋਵਾਂ ਦੇਸ਼ਾਂ ਦੀ ਵੀਜ਼ਾ ਫੀਸ ਵਧਣ ਕਾਰਨ ਵਿਦਿਆਰਥੀਆਂ, ਕੰਮਕਾਜੀ ਅਧਿਕਾਰੀਆਂ ਅਤੇ ਸੈਲਾਨੀਆਂ ਨੂੰ ਹੁਣ ਇਹਨਾਂ ਦੇਸ਼ਾਂ ਦਾ ਦੌਰਾ ਕਰਨ ਲਈ ਜ਼ਿਆਦਾ ਖਰਚਾ ਕਰਨਾ ਪਵੇਗਾ। ਇਸ ਵਾਧੇ ਦਾ ਸਭ ਤੋਂ ਵੱਧ ਅਸਰ ਵਿਦਿਆਰਥੀਆਂ ਅਤੇ ਕੰਮਕਾਜੀ ਪੇਸ਼ੇਵਰਾਂ ਤੇ ਪੈਣ ਵਾਲਾ ਹੈ। इस वादे का भारतीय विद्यार्थियों ते भी बहुत प्रभाव पवेगा। दरअसल इस तो पहला ब्रिटेन जाने वाले विद्यार्थियों नूं 490 पौंड यानी कि करीब 54,238 रुपए की वीजा फीस देनी पैंदी सी, जिसनूं हुण वधा के 524 पौंड कर दिता गया है, यानी कि करीब 58,002 रुपए कर दिता गया। इसका सीधा मतलब है कि हुण आस्ट्रेलिया जाने वाले विद्यार्थियों नूं पहला नालों ज्यादा पैसे खर्चने पैणगे। विदेश जाने वाले विद्यार्थियों लिए यह वड्डा वाधा है, क्योंकि इसका सीधा असर उन्हां दे बजट ते पवेगा। दसणयोग है कि ट्यूशन फीस पहला ही वधा दित्ती गई सी अते रहना दा खर्चा भी होर वधेगा। IT, मैडिकल अते इंजीनियरिंग खेत्रां दे विच काम करन वाले भारतीय पेशेवर बेहतर करियर विकल्पां लई अक्सर इन्हां देशां दा रुख करदे हन। वीजा फीस विच वाधा उन्हां दे विदेश जाण अते करियर बनाउण दे सुपनिਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜਿਹੜੇ ਪੇਸ਼ੇਵਰ ਇਨ੍ਹਾਂ ਦੇਸ਼ਾਂ ਵਿੱਚ ਕੰਮ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਅਸਥਾਈ ਅਤੇ ਸਥਾਈ ਵੀਜ਼ਿਆਂ ਤੇ ਵੀ ਵਧੀ ਹੋਈ ਫੀਸ ਅਦਾ ਕਰਨੀ ਪਵੇਗੀ, ਤਾਂ ਜੋ ਉਹ ਦੂਜੇ ਦੇਸ਼ਾਂ ਵਿੱਚ ਵੀਜ਼ਾ ਫੀਸਾਂ ਨੂੰ ਘਟਾਉਣ ਬਾਰੇ ਵਿਚਾਰ ਕਰ ਸਕਣ। ਵਿਦਿਆਰਥੀਆਂ ਅਤੇ ਕੰਮਕਾਜੀ ਪੇਸ਼ੇਵਰਾਂ ਤੋਂ ਇਲਾਵਾ ਸੈਲਾਨੀਆਂ ਤੇ ਵੀ ਇਸ ਦਾ ਸਿੱਧਾ ਅਸਰ ਪਵੇਗਾ। ਬ੍ਰਿਟੇਨ ਅਤੇ ਆਸਟ੍ਰੇਲੀਆ ਭਾਰਤੀ ਸੈਲਾਨੀਆਂ ਲਈ ਪਸੰਦੀਦਾ ਸਥਾਨਾਂ ਵਿੱਚੋਂ ਇੱਕ ਹਨ। ਵਧੀ ਹੋਈ ਫੀਸ ਤੋਂ ਬਾਅਦ ਸੈਲਾਨੀ ਦੂਜੇ ਦੇਸ਼ਾਂ ਦਾ ਰੁਖ ਕਰ ਸਕਦੇ ਹਨ। ਹਾਲਾਂਕਿ ਇਸ ਨਾਲ ਬ੍ਰਿਟੇਨ ਅਤੇ ਆਸਟ੍ਰੇਲੀਆ ਦੋਵਾਂ ਨੂੰ ਆਰਥਿਕ ਨੁਕਸਾਨ ਵੀ ਹੋ ਸਕਦਾ ਹੈ, ਕਿਉਂਕਿ ਇਨ੍ਹਾਂ ਦੋਹਾਂ ਦੇਸ਼ਾਂ ਦੀ ਆਰਥਿਕਤਾ ਦਾ ਵੱਡਾ ਹਿੱਸਾ ਸੈਰ ਸਪਾਟੇ ਤੇ ਨਿਰਭਰ ਕਰਦਾ ਹੈ। ਅਜਿਹੇ 'ਚ ਭਾਰਤੀ ਸੈਲਾਨੀ ਫੀਸ ਵਧਣ ਕਾਰਨ ਆਪਣਾ ਮਨ ਬਦਲ ਸਕਦੇ ਹਨ। अमरीकी राष्ट्रपति डोनाल्ड ट्रंप ने 3 अप्रैल ਨੂੰ ਰੈਸੀਪ੍ਰੋਕਲ ਟੈਰਿਫ ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ। ਉਹਨਾਂ ਨੇ ਇਸ ਨੂੰ ਲਿਬਰੇਸ਼ਨ ਡੇ ਦਾ ਨਾਂ ਦਿੱਤਾ। ਟਰੰਪ ਨੇ ਸਾਰੇ ਦੇਸ਼ਾਂ ਲਈ ਵੱਖ-ਵੱਖ ਟੈਰਿਫ ਲਗਾਉਣ ਲਈ ਕਿਹਾ। ਇਸ ਵਿੱਚ ਭਾਰਤ ਤੋਂ 25%, ਚੀਨ ਤੋਂ 34%, ਯੂਰੋਪੀਅਨ ਯੂਨੀਅਨ ਤੋਂ 20%, ਜਾਪਾਨ ਤੋਂ 24%, ਦੱਖਣੀ ਕੋਰੀਆ ਤੋਂ 25%, ਸਵਿਟਜ਼ਰਲੈਂਡ ਤੋਂ 31%, ਯੂਨਾਈਟਿਡ ਕਿੰਗਡਮ ਤੋਂ 10%, ਤਾਈਵਾਨ ਤੋਂ 32% ਅਤੇ ਮਲੇਸ਼ੀਆ ਤੋਂ 24% ਟੈਰਿਫ ਵਸੂਲਿਆ ਜਾਵੇਗਾ। ਇਸ ਦੇ ਨਾਲ ਹੀ ਡੋਨਾਲਡ ਟਰੰਪ ਨੇ ਕਿਹਾ ਕਿ ਟੈਰਿਫ ਹੋਰ ਦੇਸ਼ਾਂ ਦੇ ਮੁਕਾਬਲੇ ਅੱਧੇ ਹੋਣਗੇ। ਉਹਨਾਂ ਨੇ ਸਾਰੇ ਦੇਸ਼ਾਂ ਲਈ 10% ਦੀ ਬੇਸਲਾਈਨ ਟੈਰਿਫ ਤੈਅ ਕੀਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਕਿਸੇ ਵੀ ਦੇਸ਼ ਤੋਂ 10% ਤੋਂ ਘੱਟ ਟੈਰਿਫ ਨਹੀਂ ਵਸੂਲਿਆ ਜਾਵੇਗਾ। अपने भाषण च डोनाल्ड ट्रंप ने बड़ा ऐलान करते हुए कहा कि अज तो ऑटो सैक्टर च 25% टैरिफ लागू हो गया है। हालांकि उन्होंने इस टैरिफ का ऐलान पहला ही कर दिता सी। नौकरियां बारे अमरीकी राष्ट्रपति ने कहा कि वो अमेरिका विच फैक्ट्रियां अते नौकरियां वापस लाउणगे। उन्होंने कहा कि अमेरिका पिछले लंबे समय तो विदेशी मुल्कां वल्लों लुटिया अते धोखा खा रहा है। साडे गुआंढी अते दूर दराडे दे देशां ने साडी दौलत लुटी है। अमरीकी स्टील वर्कर, किसान अते कारीगर, जिन्हां विच बहुत सारे इत्थे साडे नाल हन, सब ने इस स्थिति का अनुभव किया है। अमरीकी राष्ट्रपति ने दिन नू सब तो महत्वपूर्ण दिन दसिया, यानी कि अपने रेसिप्रोकल डे नू सब तो इंपोर्टेंट डे दसिया अते कहा कि यह आर्थिक आज़ादी का दिन है, मुक्ति का दिन कहा गया है। इस अलावा उन्होंने कहा कि रेसिप्रोकल सारे देशों से लगाना लाजमी सीगा। उन्होंने कहा कि अमेरिका नू फिर तो महान बनाना है। रेसिप्रोकल टैरिफा राही असीं उस देश नाल उसी तरह का व्यवहार करांगे जिवें वो साडे दे नाल करदा है।
ਡੋਨਾਲਡ ਟਰੰਪ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਕਿਹਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਟੈਰਿਫ ਤੁਹਾਡੇ ਲਈ ਘੱਟ ਹੋਣ ਤਾਂ ਪਹਿਲਾਂ ਆਪਣੇ ਟੈਰਿਫ ਘਟਾਓ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਅਮਰੀਕਾ 'ਚ ਆਪਣੀ ਇੰਡਸਟਰੀ ਸਥਾਪਿਤ ਕਰਦੇ ਹੋ ਅਤੇ ਉਤਪਾਦ ਬਣਾਉਂਦੇ ਹੋ ਤਾਂ ਕੋਈ ਟੈਰਿਫ ਨਹੀਂ ਲਗਾਇਆ ਜਾਵੇਗਾ। ਕਈ ਕੰਪਨੀਆਂ ਅਮਰੀਕਾ ਵੀ ਆ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਟੈਰਿਫ ਸਾਡੇ ਦੇਸ਼ ਨੂੰ ਉਹਨਾਂ ਲੋਕਾਂ ਤੋਂ ਸੁਰੱਖਿਆ ਪ੍ਰਦਾਨ ਕਰੇਗਾ ਜੋ ਅਮਰੀਕਾ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਟਰੰਪ ਨੇ ਕਿਹਾ ਕਿ ਕਈ ਲੋਕ ਅਮਰੀਕਾ ਦੀ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਸਨੇ ਇਹ ਵੀ ਕਿਹਾ ਕਿ ਨਵੇਂ ਟੈਰਿਫ ਸਾਨੂੰ ਵਾਧਾ ਪ੍ਰਦਾਨ ਕਰਨਗੇ ਜੋ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ। ਅਮਰੀਕਾ ਦੇ ਕੈਲੀਫੋਰਨੀਆ ਦੇ ਇੱਕ ਸੰਘੀ ਜੱਜ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੂੰ ਉਹਨਾਂ ਹਜ਼ਾਰਾਂ ਪ੍ਰਵਾਸੀ ਬੱਚਿਆਂ ਨੂੰ ਅਸਥਾਈ ਤੌਰ ਤੇ ਕਾਨੂੰਨੀ ਸਹਾਇਤਾ ਬਹਾਲ ਕਰਨ ਦਾ ਹੁਕਮ ਦਿੱਤਾ ਹੈ ਜੋ ਅਮਰੀਕਾ ਵਿੱਚ ਮਾਪਿਆਂ ਜਾਂ ਸਰਪ੍ਰਸਤ ਤੋਂ ਬਿਨਾਂ ਰਹਿ ਰਹੇ ਹਨ। ਰਿਪਬਲਿਕਨ ਪਾਰਟੀ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੇ 21 ਮਾਰਚ ਨੂੰ ਅਕੇਸ਼ੀਆ ਸੈਂਟਰ ਫॉर ਜਸਟਿਸ ਨਾਲ ਇੱਕ ਇਕਰਾਰਨਾਮਾ ਖਤਮ ਕਰ ਦਿੱਤਾ ਜੋ ਕਿ 18 ਸਾਲ ਤੋਂ ਘੱਟ ਉਮਰ ਦੇ ਗੈਰ ਸੰਗਠਿਤ ਪ੍ਰਵਾਸੀ ਬੱਚਿਆਂ ਨੂੰ ਕਾਨੂੰਨੀ ਸਹਾਇਤਾ ਸਮੂਹਾਂ ਦੇ ਇੱਕ ਨੈਟਵਰਕ ਰਾਹੀਂ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਦਾ ਸੀ ਜੋ ਕੇਂਦਰ ਨਾਲ ਉਪ ਕੰਟਰੈਕਟ ਕਰਦੇ ਹਨ। ਅਜਿਹੇ 11 ਉਪ ਠੇਕੇਦਾਰ ਸਮੂਹਾਂ ਨੇ ਮੁਕੱਦਮਾ ਦਾਇਰ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ 26,000 ਬੱਚਿਆਂ ਨੂੰ ਆਪਣੇ ਵਕੀਲ ਗਵਾਉਣ ਦਾ ਖਤਰਾ ਹੈ। ਇਸ ਵਿੱਚ ਅਕੇਸ਼ੀਆ ਮੁੱਦਈ ਨਹੀਂ ਹੈ। ਉਹਨਾਂ ਨੇ ਸਮੂਹਾਂ ਨੇ ਦਲੀਲ ਦਿੱਤੀ ਹੈ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ 2008 ਦੇ ਤਸਕਰੀ ਵਿਰੋਧੀ ਕਾਨੂੰਨ ਤਹਿਤ ਬੇਸਹਾਰਾ ਬੱਚਿਆਂ ਨੂੰ ਕਾਨੂੰਨੀ ਸਲਾਹ ਪ੍ਰਦਾਨ ਕਰੇ। ਸੈਨ ਫਰਾਂਸਿਸਕੋ ਦੇ ਅਮਰੀਕੀ ਜ਼ਿਲ੍ਹਾ ਜੱਜ ਅਰਾਸੇਲੀ ਨੇ ਮੰਗਲਵਾਰ ਦੇ ਰਾਤ ਤੋਂ ਇੱਕ ਸਥਾਈ ਰੋਕ ਦਾ ਹੁਕਮ ਜਾਰੀ ਕੀਤਾ ਸੀ। ਉਹਨਾਂ ਨੇ ਕਿਹਾ ਕਿ ਵਕੀਲਾਂ ਨੇ ਇਸ ਬਾਰੇ ਜਾਇਜ਼ ਸਵਾਲ ਉਠਾਏ ਹਨ ਕਿ ਕੀ ਪ੍ਰਸ਼ਾਸਨ ਨੇ 2008 ਦੇ ਕਾਨੂੰਨ ਦੀ ਉਲੰਘਣਾ ਕੀਤੀ ਜਿਸ ਵਿੱਚ ਕੇਸ ਜਾਰੀ ਰਹਿਣ ਦੌਰਾਨ ਯਥਾਸਥਿਤੀ ਤੇ ਵਾਪਸ ਜਾਣ ਦੀ ਲੋੜ ਸੀ। ਇਹ ਹੁਕਮ ਬੁੱਧਵਾਰ ਤੋਂ ਲਾਗੂ ਹੋਵੇਗਾ ਅਤੇ 16 ਅਪ੍ਰੈਲ ਤੱਕ ਲਾਗੂ ਰਹੇਗਾ। ਜਸਟਿਸ ਮਾਰਟੀਨੇਸ ਨੇ ਕਿਹਾ ਕਿ ਅਦਾਲਤ ਨੇ ਇਹ ਵੀ ਪਾਇਆ ਕਿ ਬੇਸਹਾਰਾ ਬੱਚਿਆਂ ਦੀ ਕਾਨੂੰਨੀ ਪ੍ਰਤੀਨਿਧਤਾ ਲਈ ਨਿਰੰਤਰ ਫੰਡਿੰਗ ਇਮੀਗ੍ਰੇਸ਼ਨ ਪ੍ਰਣਾਲੀ ਦੇ ਅੰਦਰ ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਉਤਸ਼ਾਹਿਤ ਕਰਦੀ ਹੈ। ਇਹ ਹੁਕਮ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਟਰੰਪ ਪ੍ਰਸ਼ਾਸਨ ਦੇ ਇਮੀਗ੍ਰੇਸ਼ਨ ਵਿਰੋਧੀ ਮੁਹਿੰਮ ਨੂੰ ਤੀਜਾ ਕਾਨੂੰਨੀ ਝਟਕਾ ਹੈ। ਬੋਸਟਨ ਵਿੱਚ ਇੱਕ ਸੰਘੀ ਜੱਜ ਨੇ ਕਿਹਾ ਕਿ ਅੰਤਿਮ ਦੇਸ਼ ਨਿਕਾਲੇ ਦੇ ਹੁਕਮਾਂ ਵਾਲੇ ਲੋਕਾਂ ਨੂੰ ਆਪਣੇ ਦੇਸ਼ ਤੋਂ ਇਲਾਵਾ ਕਿਸੇ ਹੋਰ ਦੇਸ਼ ਵਿੱਚ ਭੇਜੇ ਜਾਣ ਦੇ ਵਿਰੁੱਧ ਆਪਣੇ ਕੇਸ ਦੀ ਦਲੀਲ ਦੇਣ ਦਾ ਨਿਰਪੱਖ ਮੌਕਾ ਹੋਣਾ ਚਾਹੀਦਾ ਹੈ। ਉੱਥੇ ਹੀ ਸੋਮਵਾਰ ਨੂੰ ਸੈਨ ਫਰਾਂਸਿਸਕੋ ਵਿੱਚ ਇੱਕ ਹੋਰ ਸੰਘੀ ਜੱਜ ਨੇ ਹਜ਼ਾਰਾਂ ਵੈਨਜ਼ੂਏਲਾ ਵਾਸੀਆਂ ਲਈ ਸੁਰੱਖਿਆ ਖਤਮ ਕਰਨ ਲਈ ਯੋਜਨਾ ਨੂੰ ਰੋਕ ਦਿੱਤਾ ਜਿਸ ਵਿੱਚ 3,50,000 ਲੋਕ ਵੀ ਸ਼ਾਮਲ ਹਨ ਜਿਨ੍ਹਾਂ ਦੀ ਕਾਨੂੰਨੀ ਰਿਹਾਇਸ਼ੀ ਸਥਿਤੀ 7 ਅਪ੍ਰੈਲ ਨੂੰ ਖਤਮ ਹੋਣ ਵਾਲੀ ਹੈ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਪ੍ਰਸਿੱਧ ਕਾਰੋਬਾਰੀ ਐਲੋਨ ਮਸਕ ਜਲਦੀ ਹੀ ਡੋਨਾਲਡ ਟਰੰਪ ਦੀ ਸਰਕਾਰ ਤੋਂ ਬਾਹਰ ਹੋ ਸਕਦੇ ਹਨ ਜਿਸ ਦਾ ਮਤਲਬ ਹੈ ਕਿ ਉਹ DOJ ਤੋਂ ਅਲੱਗ ਹੋ ਸਕਦੇ ਹਨ। ਇਹ ਸੰਕੇਤ ਖੁਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤੇ ਹਨ। ਡੋਨਾਲਡ ਟਰੰਪ ਨੇ ਆਪਣੇ ਮੰਤਰੀ ਮੰਡਲ ਦੇ ਮੈਂਬਰਾਂ ਅਤੇ ਹੋਰ ਨੇੜਲੇ ਲੋਕਾਂ ਨੂੰ ਦੱਸਿਆ ਹੈ ਕਿ ਉਹਨਾਂ ਦੇ ਅਰਬਪਤੀ ਸਾਥੀ ਐਲੋਨ ਮਸਕ ਜਲਦੀ ਹੀ ਆਪਣੀ ਸਰਕਾਰੀ ਭੂਮਿਕਾ ਤੋਂ ਪਿੱਛੇ ਹਟ ਜਾਣਗੇ। ਪੋਲੀਟੀਕੋ ਨੇ ਟਰੰਪ ਦੇ 3 ਨੇੜਲੇ ਲੋਕਾਂ ਦੇ ਹਵਾਲੇ ਨਾਲ ਇਹ ਰਿਪੋਰਟ ਦਿੱਤੀ। ਟਰੰਪ ਨੇ SpaceX ਦੇ CEO ਐਲੋਨ ਮਸਕ ਨੂੰ DOJ ਦਾ ਕਾਰਜਭਾਰ ਸੌਂਪਿਆ ਹੋਇਆ ਸੀ। ਉਧਰ ਹੀ ਪੋਲੀਟੀਕੋ ਨੇ ਦੱਸਿਆ ਕਿ ਟਰੰਪ ਅਤੇ ਮਸਕ ਦੋਹਾਂ ਨੇ ਫੈਸਲਾ ਕੀਤਾ ਹੈ ਕਿ ਮਸਕ ਜਲਦੀ ਹੀ ਆਪਣੇ ਕਾਰੋਬਾਰ ਵਿੱਚ ਵਾਪਸ ਆ ਜਾਣਗੇ ਪਰ ਇਸ ਸੰਬੰਧੀ ਕੋਈ ਖਾਸ ਤਰੀਕ ਅਜੇ ਤੈਅ ਨਹੀਂ ਕੀਤੀ ਗਈ ਹੈ। ਇਸ ਰਿਪੋਰਟ ਦੇ ਬਾਅਦ ਮਸਕ ਦੀ ਟੈਸਲਾ ਦੇ ਸ਼ੇਅਰ ਜੋ ਪਹਿਲੀ ਤਿਮਾਹੀ ਵਿੱਚ ਡਿਲੀਵਰੀ ਵਿੱਚ ਉਮੀਦ ਤੋਂ ਵੱਧ ਘਟੇ ਸਨ ਸ਼ੁਰੂਆਤੀ ਕਾਰੋਬਾਰ ਵਿੱਚ 2% ਹੇਠਾਂ ਸਨ। ਜਦੋਂ ਟਰੰਪ ਤੋਂ ਇਸ ਬਾਰੇ ਪੁੱਛਿਆ ਗਿਆ ਕਿ ਕੀ ਉਹ ਚਾਹੁੰਦੇ ਹਨ ਕਿ ਮਸਕ ਆਪਣੀ 130 ਦਿਨਾਂ ਦੇ ਕਾਰਜਕਾਲ ਤੋਂ ਵੱਧ ਸਮੇਂ ਤੱਕ ਅਹੁਦੇ ਤੇ ਰਹਿਣ ਤਾਂ ਇਸ ਦੇ ਜਵਾਬ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਮਸਕ ਸ਼ਾਨਦਾਰ ਹਨ ਅਤੇ ਅਦਭੁਤ ਹਨ ਪਰ ਮੈਨੂੰ ਇਹ ਵੀ ਲੱਗਦਾ ਹੈ ਕਿ ਉਹਨਾਂ ਨੂੰ ਇੱਕ ਵੱਡੀ ਕੰਪਨੀ ਚਲਾਉਣੀ ਹੈ ਉਹ ਵਾਪਸ ਜਾਣ ਵਾਲੇ ਹਨ। ਅਮਰੀਕਾ ਤੋਂ ਸਿੰਗਾਪੁਰ ਜਾ ਰਹੀ ਸਿੰਗਾਪੁਰ 에ਅਰਲਾਈਨਸ ਦੀ ਉਡਾਨ ਵਿੱਚ 4 ਮਹਿਲਾ ਚਾਲਕ ਦਲ ਦੇ ਮੈਂਬਰਾਂ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਇੱਕ 77 ਸਾਲਾਂ ਦੇ ਭਾਰਤੀ ਨਾਗਰਿਕ ਨੂੰ 9 ਮਹੀਨੇ ਦੀ ਕੈਦ ਦੀ ਸਜ਼ਾ ਹੋਈ ਹੈ। ਇਹ ਜਾਣਕਾਰੀ ਮੀਡੀਆ ਵਿੱਚ ਪ੍ਰਕਾਸ਼ਿਤ ਖਬਰਾਂ ਤੋਂ ਮਿਲੀ ਹੈ। ਇਸ ਤੋਂ ਇਲਾਵਾ ਰਿਪੋਰਟ ਅਨੁਸਾਰ ਰਮੇਸ਼ ਨੇ ਛੇੜਛਾੜ ਦੇ 4 ਮਾਮਲਿਆਂ ਵਿੱਚ ਦੋਸ਼ੀ ਮੰਨਿਆ ਗਿਆ ਹੈ ਜਦਕਿ 18 ਨਵੰਬਰ 2024 ਦੀ ਉਡਾਨ ਦੌਰਾਨ 4 ਵੱਖ-ਵੱਖ ਮੌਕਿਆਂ ਤੇ ਛੇੜਛਾੜ ਕਰਨ ਵਾਲੇ ਪੀੜਿਤ ਨਾਲ ਸੰਬੰਧਿਤ 3 ਵਾਧੂ ਦੋਸ਼ਾਂ ਤੇ ਵਿਚਾਰ ਕੀਤਾ ਗਿਆ। ਖਬਰ ਅਨੁਸਾਰ ਭਾਰਤ ਵਿੱਚ ਇੱਕ ਸਾਬਕਾ ਬੈਂਕ ਮੈਨੇਜਰ ਨੂੰ ਕੋੜੇ ਮਾਰਨ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਹ 50 ਸਾਲ ਤੋਂ ਵੱਧ ਉਮਰ ਦਾ ਹੈ। ਸਿੰਗਾਪੁਰ ਦੇ ਕਾਨੂੰਨ ਦੇ ਤਹਿਤ ਛੇੜਛਾੜ ਦੇ ਹਰ ਦੋਸ਼ ਦੇ ਨਤੀਜੇ ਵਜੋਂ ਅਪਰਾਧੀ ਨੂੰ 3 ਸਾਲ ਤੱਕ ਦੀ ਕੈਦ
जुर्माना ਜਾਂ ਬੈਂਤ ਮਾਰੇ ਜਾਣ ਦੀ ਸਜ਼ਾ ਹੋ ਸਕਦੀ ਹੈ। ਰਿਪੋਰਟ ਅਨੁਸਾਰ ਬਾਲਾ ਸੁਬਰਾਮਨੀਅਮ ਨੇ ਸੈਨ ਫਰਾਂਸਿਸਕੋ ਤੋਂ ਸਿੰਗਾਪੁਰ ਦੀ 14 ਘੰਟੇ ਦੀ ਉਡਾਨ ਦੌਰਾਨ 4 ਔਰਤਾਂ ਨਾਲ ਛੇੜਛਾੜ ਕੀਤੀ। ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਇੱਕ 31 ਸਾਲ ਦੇ ਭਾਰਤੀ ਨਾਗਰਿਕ ਨੂੰ ਕਈ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ੀ ਠਹਿਰਾਉਂਦੇ ਹੋਏ 35 ਸਾਲ ਦੀ ਸਜ਼ਾ ਸੁਣਾਈ ਹੈ। ਭਾਰਤੀ ਨਾਗਰਿਕ ਦੇ ਸੋਸ਼ਲ ਮੀਡੀਆ ਐਪਸ ਰਾਹੀਂ ਨਾਬਾਲਗ ਹੋਣ ਦਾ ਦਿਖਾਵਾ ਕਰਨ, ਨਾਬਾਲਗ ਲੜਕੀਆਂ ਅਤੇ ਲੜਕਿਆਂ ਨਾਲ ਦੋਸਤੀ ਕਰਨ ਅਤੇ ਉਹਨਾਂ ਦਾ ਵਿਸ਼ਵਾਸ ਜਿੱਤਣ ਦਾ ਦੋਸ਼ ਹੈ। ਦੋਸ਼ ਹੈ ਕਿ ਉਹ ਉਹਨਾਂ ਨੂੰ ਚਾਈਲਡ ਪੋਰਨੋਗ੍ਰਾਫੀ ਆਦਿ ਨਾਲ ਸੰਬੰਧਿਤ ਹੋਰ ਤਸਵੀਰਾਂ ਦੇਣ ਲਈ ਮਜਬੂਰ ਕਰਦਾ ਸੀ ਅਤੇ ਜਦੋਂ ਇਹ ਲੋਕ ਉਸ ਦੀ ਗੱਲ ਨਹੀਂ ਸੁਣਦੇ ਤਾਂ ਉਹ ਉਹਨਾਂ ਨੂੰ ਧਮਕੀਆਂ ਦਿੰਦਾ ਸੀ। ਅਮਰੀਕੀ ਅਟਾਰਨੀ ਰੋਬਰਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਨਾਗਰਿਕ ਸਾਈ ਕੁਮਾਰ ਨੂੰ 3 ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਬਾਲ ਪੋਰਨੋਗ੍ਰਾਫੀ ਰੱਖਣ ਦੇ ਦੋਸ਼ ਵਿੱਚ 420 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ ਪ੍ਰਵਾਸੀ ਵੀਜ਼ੇ ਤੇ ਐਡਮੰਡ ਓਕਲਾਹੋਮਾ 'ਚ ਰਹਿ ਰਿਹਾ ਸੀ। ਪਿਛਲੇ ਹਫ਼ਤੇ ਦਿੱਤੇ ਹੁਕਮਾਂ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਚਾਰਲਸ ਨੇ ਕਿਹਾ ਕਿ ਸਜ਼ਾ ਪੂਰੀ ਕਰਨ ਤੋਂ ਬਾਅਦ ਰਿਹਾ ਹੋਣ ਦੇ ਬਾਵਜੂਦ ਉਹ ਸਾਰੀ ਉਮਰ ਨਿਗਰਾਨੀ ਹੇਠ ਰਹੇਗਾ। ਗੁਡਵਿਨ ਨੇ ਕਿਹਾ ਕਿ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਅਜਿਹੇ ਜ਼ਖਮ ਦਿੱਤੇ ਹਨ ਜਿਹੜੇ ਕਦੇ ਵੀ ਠੀਕ ਨਹੀਂ ਹੋ ਸਕਣਗੇ। ਕੇਸ ਦੀ ਸੁਣਵਾਈ ਦੌਰਾਨ ਸਾਈ ਨੇ ਕਬੂਲ ਕੀਤਾ ਕਿ ਉਸਨੇ ਨਾਬਾਲਗ ਬੱਚਿਆਂ ਨੂੰ ਧਮਕੀ ਦਿੱਤੀ ਸੀ ਕਿ ਉਹਨਾਂ ਦੇ ਘਰ ਜਾ ਕੇ ਉਹਨਾਂ ਦੀਆਂ ਅਸ਼ਲੀਲ ਤਸਵੀਰਾਂ ਉਹਨਾਂ ਦੇ ਮਾਪਿਆਂ ਨੂੰ ਦਿਖਾਏਗਾ। ਉਸਨੇ ਇੱਕ ਹੋਰ ਨਾਬਾਲਗ ਨੂੰ ਉਸ ਦੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਜਨਤਕ ਕਰਨ ਦੀ ਵੀ ਧਮਕੀ ਦਿੱਤੀ ਸੀ। ਅਮਰੀਕਾ ਵਿੱਚ ਆਈਸ ਅਫਸਰਾਂ ਦੇ ਹੌਸਲੇ ਇੰਨੇ ਵੱਧ ਚੁੱਕੇ ਹਨ ਕਿ ਜੱਜ ਉਹਨਾਂ ਵਿਰੁੱਧ ਮਾਨਹਾਨੀ ਦੇ ਮੁਕੱਦਮੇ ਦਾਇਰ ਕਰਨ ਵਾਸਤੇ ਮਜਬੂਰ ਹਨ, ਜਦਕਿ ਵੱਖ-ਵੱਖ ਸ਼ਹਿਰਾਂ ਦੇ ਪੁਲਿਸ ਮਹਿਕਮਿਆਂ ਵੱਲੋਂ ਪ੍ਰਵਾਸੀਆਂ ਨੂੰ ਉਹਨਾਂ ਦੇ ਹੱਕਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਜੱਜ ਅਤੇ ਆਈਸ ਅਫਸਰ ਦਾ ਪੇਚਾ ਬੋਸਟਨ ਦੀ ਅਦਾਲਤ ਵਿੱਚ ਪਿਆ, ਜਿੱਥੇ ਸਾਦੇ ਕੱਪੜਿਆਂ ਵਿੱਚ ਮੌਜੂਦ ਬ੍ਰਾਇਨ ਵੱਲੋਂ ਇੱਕ ਸ਼ੱਕੀ ਗੈਰ ਕਾਨੂੰਨੀ ਪ੍ਰਵਾਸੀ ਨੂੰ ਕਾਬੂ ਕਰ ਲਿਆ ਗਿਆ। ਇਮੀਗ੍ਰੇਸ਼ਨ ਅਤੇ ਕਸਟਮਸ ਵਿਭਾਗ ਦਾ ਦਾਅਵਾ ਹੈ ਕਿ ਹਿਰਾਸਤ ਵਿੱਚ ਲਿਆ ਪ੍ਰਵਾਸੀ 25 ਸਾਲ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਰਹਿ ਰਿਹਾ ਹੈ ਅਤੇ ਉਸ ਦਾ ਅਪਰਾਧਿਕ ਪਿਛੋਕੜ ਵੀ ਹੈ, ਜਦਕਿ ਜੱਜ ਮਾਰਕ ਨੇ ਕਿਹਾ ਕਿ ਪ੍ਰਵਾਸੀ ਨੂੰ ਨਿਰਪੱਖ ਮੁਕੱਦਮੇ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਗਿਆ। ਇੱਥੇ ਦੱਸਣਾ ਬੰਦ ਹੈ ਕਿ ਆਈਸ ਦੇ ਏਜੰਟ ਨੇ ਪ੍ਰਵਾਸੀ ਨੂੰ ਪਿਕਅਪ ਟਰੱਕ ਵਿੱਚ ਬਿਠਾਇਆ ਅਤੇ ਰਵਾਨਾ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਿਰਾਸਤ ਵਿੱਚ ਲਏ ਪ੍ਰਵਾਸੀ ਨੂੰ ਪਲੀਮਥ ਦੇ ਡਿਟੈਂਸ਼ਨ ਸੈਂਟਰ ਵਿੱਚ ਰੱਖਿਆ ਗਿਆ, ਪਰ ਜੱਜ ਵੱਲੋਂ ਸੁਲੀਵੈਨ ਵਿਰੁੱਧ ਮਾਨਹਾਨੀ ਦਾ ਮੁਕੱਦਮਾ ਦਾਇਰ ਕਰ ਦਿੱਤਾ ਗਿਆ। ਬੋਸਟਨ ਨੂੰ ਪ੍ਰਵਾਸੀਆਂ ਦੀ ਪਨਾਹਗਾਹ ਮੰਨਿਆ ਜਾਂਦਾ ਹੈ ਅਤੇ ਡੋਨਾਲਡ ਟਰੰਪ ਦੇ ਬਾਰਡਰ ਜ਼ਾਰ ਟੌਮ ਹੋਮਨ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖਤ ਕਾਰਵਾਈ ਦੀ ਚੇਤਾਵਨੀ ਦੇ ਚੁੱਕੇ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਸਮੇਤ ਦੁਨੀਆ ਭਰ ਦੇ ਦੇਸ਼ਾਂ ਵਿਰੁੱਧ ਭਾਰੀ ਟੈਰਿਫ ਲਗਾਉਣ ਦਾ ਐਲਾਨ ਕੀਤਾ। ਟਰੰਪ ਦੇ ਇਸ ਐਲਾਨ ਨਾਲ ਦੁਨੀਆ ਵਿੱਚ ਵਪਾਰ ਯੁੱਧ ਸ਼ੁਰੂ ਹੋਣ ਦਾ ਡਰ ਵੱਧ ਗਿਆ। ਟਰੰਪ ਨੇ ਇਸ ਐਲਾਨ ਮਗਰੋਂ ਦੁਨੀਆ ਭਰ ਦੇ ਨੇਤਾ ਗੁੱਸੇ ਵਿੱਚ ਹਨ। ਕੈਨੇਡਾ ਅਤੇ ਆਸਟ੍ਰੇਲੀਆ ਨੇ ਜਵਾਬੀ ਕਾਰਵਾਈ ਦੀ ਧਮਕੀ ਵੀ ਦਿੱਤੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜਵਾਬੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਅਮਰੀਕੀ ਆਯਾਤ ਡਿਊਟੀਆਂ ਦਾ ਜਵਾਬੀ ਕਦਮਾਂ ਨਾਲ ਦੇਵੇਗਾ। ਕਾਰਨੀ ਨੇ ਪੱਤਰਕਾਰਾਂ ਨੂੰ ਕਿਹਾ, ਅਸੀਂ ਇਹਨਾਂ ਟੈਰਿਫਾਂ ਦਾ ਜਵਾਬੀ ਕਦਮਾਂ ਨਾਲ ਦੇਵਾਂਗੇ। ਵਾਈਟ ਹਾਊਸ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਅਮਰੀਕਾ 5 ਅਪ੍ਰੈਲ ਤੋਂ ਸਾਰੇ ਵਿਦੇਸ਼ੀ ਆਯਾਤ ਤੇ 10% ਟੈਰਿਫ ਲਗਾਏਗਾ, ਜਦਕਿ 9 ਅਪ੍ਰੈਲ ਤੋਂ ਉਹਨਾਂ ਦੇਸ਼ਾਂ ਤੇ ਉੱਚ ਟੈਰਿਫ ਲਗਾਏ ਜਾਣਗੇ ਜਿਨ੍ਹਾਂ ਨਾਲ ਅਮਰੀਕਾ ਦਾ ਸਭ ਤੋਂ ਵੱਡਾ ਵਪਾਰ ਘਾਟਾ ਹੈ। ਟਰੰਪ ਨੇ ਆਪਣੇ ਟੈਰਿਫ ਐਲਾਨ ਵਿੱਚ ਦੋਸਤਾਂ ਅਤੇ ਦੁਸ਼ਮਣਾਂ ਨੂੰ ਇੱਕੋ ਜਿਹਾ ਸ਼ਾਮਲ ਕੀਤਾ, ਜਿਸ ਨਾਲ ਅਮਰੀਕੀ ਵਪਾਰਕ ਭਾਈਵਾਲਾਂ ਦਾ ਗੁੱਸਾ ਭੜਕਿਆ ਹੈ, ਜਿਨ੍ਹਾਂ ਨੇ ਜਵਾਬ ਦੇਣ ਦੀ ਗੱਲ ਕਹੀ ਹੈ। ਟਰੰਪ ਦੇ ਟੈਰਿਫ ਤੇ ਪ੍ਰਤੀਕਿਰਿਆ ਦਿੰਦੇ ਹੋਏ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਾਨੀਜ਼ ਨੇ ਕਿਹਾ ਕਿ ਇਹ ਦੋਸਤਾਂ ਦਾ ਕੰਮ ਨਹੀਂ ਹੈ। ਆਸਟ੍ਰੇਲੀਆ ਤੋਂ ਬੀਫ ਦੀ ਦਰਾਮਦ ਤੋਂ ਸਖਤ ਪਾਬੰਦੀਆਂ ਤੇ ਪ੍ਰਤੀਕਿਰਿਆ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਅਮਰੀਕੀ ਲੋਕਾਂ ਨੂੰ ਇਸ ਅਨੁਚਿਤ ਕਦਮ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਇਸੇ ਲਈ ਸਾਡੀ ਸਰਕਾਰ ਪਰਸਪਰ ਟੈਰਿਫ ਲਗਾਉਣ ਦੀ ਕੋਸ਼ਿਸ਼ ਨਹੀਂ ਕਰੇਗੀ। ਉਸਨੇ ਕਿਹਾ, ਅਸੀਂ ਹੇਠਾਂ ਵੱਲ ਜਾਣ ਵਾਲੀ ਦੌੜ ਵਿੱਚ ਸ਼ਾਮਲ ਨਹੀਂ ਹੋਵਾਂਗੇ, ਜਿਸ ਨਾਲ ਕੀਮਤਾਂ ਵੱਧ ਜਾਣਗੀਆਂ ਅਤੇ ਵਿਕਾਸ ਹੌਲੀ ਹੋ ਜਾਵੇਗਾ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਰੈਸੀਪ੍ਰੋਕਲ ਟੈਰਿਫ ਤੇ ਤਿੱਖੀ ਟਿੱਪਣੀ ਕੀਤੀ ਹੈ ਅਤੇ ਕਿਹਾ ਕਿ ਵਪਾਰ ਯੁੱਧ ਕਿਸੇ ਦੇ ਵੀ ਹਿੱਤ ਵਿੱਚ ਨਹੀਂ ਹੈ। ਉਹਨਾਂ ਨੇ ਸੰਸਦ ਨੂੰ ਕਿਹਾ, ਅਸੀਂ ਹਰ ਸੰਭਵ ਸਥਿਤੀ ਲਈ ਤਿਆਰੀ ਕਰ ਲਈ ਹੈ, ਅਸੀਂ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕਰਾਂਗੇ। ਜਰਮਨੀ ਨੇ ਚੇਤਾਵਨੀ ਦਿੱਤੀ ਹੈ ਕਿ ਵਪਾਰ ਯੁੱਧ ਦੋਵਾਂ ਧਿਰਾਂ ਨੂੰ ਨੁਕਸਾਨ ਪਹੁੰਚਾਏਗਾ। ਸਪੇਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦਾ ਦੇਸ਼ ਆਪਣੀਆਂ ਕੰਪਨੀਆਂ ਤੇ ਕਰਮਚਾਰੀਆਂ ਦੀ ਰੱਖਿਆ ਕਰੇਗਾ ਅਤੇ ਇੱਕ ਖੁੱਲੀ ਦੁਨੀਆ ਪ੍ਰਤੀ ਵਚਨਬੱਧ ਰਹੇਗਾ। ਆਇਰਲੈਂਡ ਦੇ ਵਪਾਰ ਮੰਤਰੀ ਨੇ ਵੀ ਕਿਹਾ ਕਿ ਉਹਨਾਂ ਦਾ ਦੇਸ਼ ਅਤੇ ਯੂਰਪੀ ਸੰਘ ਅਮਰੀਕਾ ਨਾਲ ਗੱਲਬਾਤ ਰਾਹੀਂ ਹੱਲ ਲੱਭਣ ਦੀ ਕੋਸ਼ਿਸ਼ ਕਰਨਗੇ।
ਅਮਰੀਕਾ ਦੀ ਸੰਸਦ ਦੇ ਉੱਚ ਸਦਨ ਸੈਨੇਟ ਦੇ ਡੈਮੋਕ੍ਰੈਟਿਕ ਮੈਂਬਰ ਕੋਰੀ ਬੁਕਰ ਨੇ ਸਦਨ 'ਚ 1-2-3 ਘੰਟੇ ਨਹੀਂ ਸਗੋਂ ਲਗਾਤਾਰ 25 ਘੰਟੇ ਤੱਕ ਮੈਰਾਥਨ ਭਾਸ਼ਣ ਦਿੱਤਾ। ਉਹਨਾਂ ਨੇ ਸੋਮਵਾਰ ਸ਼ਾਮ ਨੂੰ ਆਪਣਾ ਸੰਬੋਧਨ ਸ਼ੁਰੂ ਕੀਤਾ ਜੋ ਪੂਰੀ ਰਾਤ ਤੇ ਮੰਗਲਵਾਰ ਸ਼ਾਮ ਤੱਕ ਚੱਲਿਆ। ਬੁਕਰ ਨੇ ਸੈਨੇਟ 'ਚ ਲੰਬੇ ਸਮੇਂ ਤੱਕ ਭਾਸ਼ਣ ਦੇਣ ਦਾ ਇੱਕ ਨਵਾਂ ਰਿਕਾਰਡ ਬਣਾਇਆ ਹੈ। ਉਹਨਾਂ ਦੇ ਭਾਸ਼ਣ 'ਚ ਖਾਸ ਤੌਰ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨਿਸ਼ਾਨੇ ਤੇ ਰਹੇ। ਉਹਨਾਂ ਨੇ ਆਪਣੇ ਇਤਿਹਾਸਕ ਭਾਸ਼ਣ ਰਾਹੀਂ ਡੈਮੋਕ੍ਰੈਟਿਕ ਪਾਰਟੀ ਦੇ ਟਰੰਪ ਦੇ ਕਦਮਾਂ ਖਿਲਾਫ ਵਿਰੋਧ ਨੂੰ ਦਰਸਾਇਆ। 55 ਸਾਲਾਂ ਦੇ ਸੈਨੇਟਰ ਬੁਕਰ ਨੇ ਸੋਮਵਾਰ ਸ਼ਾਮ ਜਦੋਂ ਸਦਨ 'ਚ ਆਪਣੀ ਗੱਲ ਰੱਖਣ ਲਈ ਖੜੇ ਹੋਏ ਤਾਂ ਉਹਨਾਂ ਨੇ ਕਿਹਾ ਕਿ ਉਹ ਤਦ ਤੱਕ ਇੱਥੇ ਰਹਿਣਗੇ ਜਦੋਂ ਤੱਕ ਉਹ ਸਰੀਰਕ ਤੌਰ ਤੇ ਸਮਰਥ ਰਹਿਣਗੇ। ਇਸ ਤੋਂ ਬਾਅਦ ਉਹਨਾਂ ਨੇ ਲਗਾਤਾਰ ਬੋਲਣਾ ਜਾਰੀ ਰੱਖਿਆ ਤੇ 25 ਘੰਟੇ ਬਾਅਦ ਆਪਣਾ ਸੰਬੋਧਨ ਖਤਮ ਕੀਤਾ। ਇਸ ਨਾਲ ਉਹਨਾਂ ਨੇ ਸੈਨੇਟ ਦੇ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਭਾਸ਼ਣ ਦੇਣ ਦਾ ਰਿਕਾਰਡ ਬਣਾਇਆ। ਹਾਲਾਂਕਿ ਸੰਬੋਧਨ ਦੌਰਾਨ ਬੁਕਰ ਨੂੰ ਉਹਨਾਂ ਦੇ ਸਾਥੀ ਡੈਮੋਕ੍ਰੈਟਿਕ ਮੈਂਬਰਾਂ ਨੇ ਮਦਦ ਕੀਤੀ। ਮੈਂਬਰਾਂ ਨੇ ਪ੍ਰਸ਼ਨ ਪੁੱਛ ਕੇ ਉਹਨਾਂ ਨੂੰ ਬੋਲਣ ਤੋਂ ਕੁਝ ਸਮੇਂ ਲਈ ਛੁੱਟੀ ਦਿੱਤੀ। ਬੁਕਰ ਨੇ ਕਿਹਾ ਕਿ ਸਾਡੇ ਦੇਸ਼ ਲਈ ਇਹ ਆਮ ਸਮਾਂ ਨਹੀਂ ਹੈ। ਅਮਰੀਕੀ ਲੋਕਾਂ ਤੇ ਅਮਰੀਕੀ ਲੋਕਤੰਤਰ ਲਈ ਗੰਭੀਰ ਖਤਰੇ ਹਨ ਤੇ ਸਾਨੂੰ ਸਾਰਿਆਂ ਨੂੰ ਇਹਨਾਂ ਖਿਲਾਫ ਖੜਾ ਹੋਣ ਲਈ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਨੇ ਇਸ ਦੌਰਾਨ ਚੇਤਾਵਨੀ ਦਿੱਤੀ ਕਿ ਸੰਵਿਧਾਨਕ ਸੰਕਟ ਖੜਾ ਹੋ ਸਕਦਾ ਹੈ। ਟਰੰਪ ਦੇ तमाम ਕਾਰਜਕਾਰੀ ਆਦੇਸ਼ਾਂ ਸਮਾਜਿਕ ਸੁਰੱਖਿਆ 'ਚ ਕਟੌਤੀ ਤੇ ਸਰਕਾਰੀ ਖਰਚਿਆਂ 'ਚ ਕਟੌਤੀ ਲਈ ਐਲੋਨ ਮਸਕ ਦੀ ਅਗਵਾਈ 'ਚ ਬਣੇ ਸਰਕਾਰੀ ਕੁਸ਼ਲਤਾ ਵਿਭਾਗ ਦੀ ਆਲੋਚਨਾ ਵੀ ਕੀਤੀ। ਉਹਨਾਂ ਨੇ ਟਰੰਪ ਦੇ ਆਦੇਸ਼ਾਂ ਦੇ ਪ੍ਰਭਾਵਾਂ ਨੂੰ ਲੈ ਕੇ ਚਿੰਤਾ ਵੀ ਜਤਾਈ। ਨਿਊ ਜਰਸੀ ਤੋਂ ਡੈਮੋਕ੍ਰੈਟਿਕ ਸੈਨੇਟਰ ਬੁਕਰ ਦਾ ਸਦਨ 'ਚ ਇਹ ਦੂਜਾ ਕਾਰਜਕਾਲ ਹੈ। ਉਹਨਾਂ ਨੇ 2020 ਦੇ ਵਿੱਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਦੌੜ 'ਚ ਹਿੱਸਾ ਲਿਆ ਸੀ। ਹਾਲਾਂਕਿ ਉਹਨਾਂ ਦਾ ਇਹ ਯਤਨ ਅਸਫਲ ਰਿਹਾ। ਉਹਨਾਂ ਨੇ ਫੁੱਟਬਾਲ ਖਿਡਾਰੀ ਦੇ ਤੌਰ ਤੇ ਵੀ ਕੰਮ ਕੀਤਾ ਹੈ। ਕੋਰੀ ਬੁਕਰ ਨੇ ਸੈਨੇਟ 'ਚ ਸਭ ਤੋਂ ਲੰਬਾ ਭਾਸ਼ਣ ਦੇਣ ਦਾ 68 ਸਾਲ ਪੁਰਾਣਾ ਰਿਕਾਰਡ ਤੋੜਿਆ। 1957 'ਚ ਦੱਖਣੀ ਕੈਰੋਲੀਨਾ ਤੋਂ ਸੈਂਟਰ ਸਟੋਮ ਨੇ ਸਿਵਲ ਰਾਈਟਸ ਕਾਨੂੰਨ ਦੇ ਕਰੀਬ 24 ਘੰਟੇ ਤੱਕ ਭਾਸ਼ਣ ਦਿੱਤਾ ਸੀ। ਉਹਨਾਂ ਨੇ ਮੌਜੂਦਾ ਰਿਪਬਲਿਕਨ ਸੈਂਟਰ ਟੈਡ ਕਰੂਜ਼ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ। ਕਰੂਜ਼ ਨੇ 2013 'ਚ ਅਫੋਰਡੇਬਲ ਕੇਅਰ ਐਕਟ ਤੇ 21 ਘੰਟੇ 19 ਮਿੰਟ ਭਾਸ਼ਣ ਦਿੱਤਾ ਸੀ। ਕੈਨੇਡਾ ਦੇ ਵਿੱਚ ਚੋਣ ਪ੍ਰਚਾਰ ਦੇ ਦੂਜੇ ਹਫ਼ਤੇ ਦੌਰਾਨ ਕੰਜ਼ਰਵੇਟਿਵ ਪਾਰਟੀ ਨੂੰ ਵੱਡਾ ਝਟਕਾ ਲੱਗਾ ਜਦੋਂ ਇੱਕ ਦਿਨ ਵਿੱਚ 3 ਉਮੀਦਵਾਰਾਂ ਨੂੰ ਹਟਾਉਣਾ ਪਿਆ। ਨਿਊ ਵੈਸਟਮਿੰਸਟਰ ਅਤੇ ਬਰਨਬੀ ਮੈਲਾਡਵਿਲ ਪਾਰਮਨੀ ਹਲਕੇ ਤੋਂ ਪੰਜਾਬੀ ਮੂਲ ਦੇ ਉਮੀਦਵਾਰ ਲੋਰੈਂਸ ਸਿੰਘ ਦੀ ਉਮੀਦਵਾਰੀ ਰੱਦ ਕਰ ਦਿੱਤੀ ਗਈ। ਇਸ ਫੈਸਲੇ ਤੋਂ ਕੁਝ ਘੰਟੇ ਪਹਿਲਾਂ ਓਨਟਾਰੀਓ ਦੇ ਵਿੰਡਸਰ ਇਲਾਕੇ ਤੋਂ ਮਾਰਕ ਮੈਕੈਂਜੀ ਨੂੰ ਹਟਾਉਣ ਦਾ ਐਲਾਨ ਕੀਤਾ ਗਿਆ, ਜਦਕਿ ਮੌਂਟਰੀਅਲ ਦੇ ਲੋਰੀਅਲ ਸੇਂਟ ਮੈਰੀ ਪਾਰਲੀਮੈਂਟਰੀ ਹਲਕੇ ਤੋਂ ਸਟੈਫਨ ਮਾਰਕਸ ਦੀ ਉਮੀਦਵਾਰੀ ਰੱਦ ਕਰ ਦਿੱਤੀ ਗਈ। ਕੰਜ਼ਰਵੇਟਿਵ ਪਾਰਟੀ ਵੱਲੋਂ ਲੋਰੈਂਸ ਸਿੰਘ ਦੀ ਉਮੀਦਵਾਰੀ ਰੱਦ ਕਰਨ ਦਾ ਕਾਰਨ ਸਾਂਝਾ ਨਹੀਂ ਕੀਤਾ ਗਿਆ। ਉਧਰ ਲੋਰੈਂਸ ਸਿੰਘ ਵੱਲੋਂ ਵੀ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਨਾ ਕਰ ਦਿੱਤੀ ਗਈ। ਸਿਆਸਤ ਵਿੱਚ ਕਦਮ ਰੱਖਣ ਤੋਂ ਪਹਿਲਾਂ ਰੀਅਲ ਐਸਟੇਟ ਏਜੰਟ ਵੱਲੋਂ ਕੰਮ ਕਰਦੇ ਲੋਰੈਂਸ ਸਿੰਘ ਵੱਲੋਂ ਪਿਛਲੇ ਦਿਨੀ ਪਾਰਟੀ ਆਗੂ ਪੀਅਰੇ ਪੋਲੀਵਰ ਨਾਲ ਚੋਣ ਪ੍ਰਚਾਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ। ਆਬਾਦੀ ਵਿੱਚ ਵਾਧੇ ਨੂੰ ਵੇਖਦਿਆਂ ਨਿਊ ਵੈਸਟਮਿੰਸਟਰ ਬਰਨਬੀ ਮੈਲਾਡਵਿਲ ਪਾਰਲੀਮੈਂਟਰੀ ਹਲਕੇ ਵਿੱਚ ਨਿਊ ਵੈਸਟਮਿੰਸਟਰ ਸ਼ਹਿਰ ਤੋਂ ਇਲਾਵਾ ਬਰਨਬੀ ਦੇ ਪੂਰਬੀ ਹਿੱਸੇ ਅਤੇ ਦੱਖਣੀ ਪੱਛਮੀ ਦੇ ਇਲਾਕੇ ਆਉਂਦੇ ਹਨ। 2021 ਦੀਆਂ ਚੋਣਾਂ ਵਿੱਚ ਇੱਥੋਂ ਐਨਡੀਪੀ ਦੇ ਪੀਟਰ ਜੂਲੀਅਨ ਜੇਤੂ ਰਹੇ ਸਨ। ਦੂਜੇ ਪਾਸੇ ਵਿੰਡਸਰ ਟਕਮਸਾ ਲੇਕਸ਼ੋਰ ਤੋਂ ਟੈਰੀ ਉਮੀਦਵਾਰ ਮੈਕੈਂਜੀ ਨੂੰ ਅਤੀਤ ਵਿੱਚ ਜਨਤਕ ਤੌਰ ਤੇ ਸਜ਼ਾਏ ਮੌਤ ਦੀ ਹਮਾਇਤ ਕੀਤੇ ਜਾਣ ਦੇ ਮਾਮਲੇ ਵਿੱਚ ਹਟਾ ਦਿੱਤਾ ਗਿਆ। ਆਸਟ੍ਰੇਲੀਆ ਦੇ ਬ੍ਰਿਸਬੇਨ ਵਿਖੇ ਭਾਰਤੀ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਹਰਿਆਣਾ ਦੇ ਸਿਰਸਾ ਸ਼ਹਿਰ ਨਾਲ ਸੰਬੰਧਿਤ ਪਰਵ ਮਹਿਤਾ ਜੁਲਾਈ 2023 ਵਿੱਚ ਸਟੱਡੀ ਵੀਜ਼ਾ ਤੇ ਆਸਟ੍ਰੇਲੀਆ ਆਇਆ ਅਤੇ ਸਿਵਲ ਕੰਸਟਰਕਸ਼ਨ ਦਾ ਐਡਵਾਂਸ ਡਿਪਲੋਮਾ ਮੁਕੰਮਲ ਹੋਣ ਹੀ ਵਾਲਾ ਸੀ, ਪਰ ਪਿਛਲੇ 10-15 ਦਿਨ ਤੋਂ ਅਚਾਨਕ ਤਬੀਅਤ ਕੁਝ ਖਰਾਬ ਰਹਿਣ ਲੱਗੀ। ਪਰ ਮਹਿਤਾ ਦਾ ਜਨਰਲ ਪ੍ਰੈਕਟੀਸ਼ਨਰਸ ਤੋਂ ਇਲਾਜ ਚੱਲ ਰਿਹਾ ਸੀ ਕਿ ਬੀਤੇ ਸ਼ਨੀਵਾਰ ਨੂੰ ਅਚਾਨਕ ਬੇਹੋਸ਼ ਹੋ ਕੇ ਡਿੱਗ ਗਿਆ। ਪਰ ਮਹਿਤਾ ਨੂੰ ਉਸਦੇ ਸਾਥੀਆਂ ਦੀ ਮਦਦ ਨਾਲ ਪ੍ਰਿੰਸੈਸ ਹਸਪਤਾਲ ਲਿਆਂਦਾ ਗਿਆ, ਜਿੱਥੇ 2 ਦਿਨ ਤੱਕ ਵੈਂਟੀਲੇਟਰ ਤੇ ਰਹਿਣ ਮਗਰੋਂ ਉਸਦੀ ਮੌਤ ਹੋ ਗਈ ਹੈ। ਕੁਈਨਜ਼ਲੈਂਡ ਸੂਬੇ ਦੇ ਵੁਲਨਬਾ ਨਾਲ ਸੰਬੰਧਿਤ ਸਤਿੰਦਰਪਾਲ ਸਿੰਘ ਸੰਧੂ ਵੱਲੋਂ ਪਰ ਮਹਿਤਾ ਦੀ ਦੇਹ ਭਾਰਤ ਭੇਜਣ ਲਈ ਗੋਫੰਡਮੀ ਪੇਜ ਸਥਾਪਿਤ ਕੀਤਾ ਗਿਆ। ਪਰ ਮਹਿਤਾ ਦੀ ਕਜ਼ਨ ਅਦਿਤੀ ਵਿਖੇ ਰਹਿੰਦੀ ਅਤੇ ਬ੍ਰਿਸਬੇਨ ਵਿਖੇ ਰਹਿੰਦੀ ਹੈ ਅਤੇ ਅੰਤਮ ਰਿਪੋਰਟ ਮਿਲਣ ਤੱਕ ਗੋਫੰਡਮੀ ਪੇਜ ਰਾਹੀਂ ਲੋੜੀਂਦੇ $30,000 ਇਕੱਤਰ ਹੋ ਚੁੱਕੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਵੈਸਟਰਨ ਆਸਟ੍ਰੇਲੀਆ ਵਿੱਚ 34 ਸਾਲ ਦਾ ਪੰਜਾਬੀ ਟਰੱਕ ਡਰਾਈਵਰ ਇੱਕ ਹਾਦਸੇ ਦੌਰਾਨ ਜਾਨ ਗਵਾ ਬੈਠਾ, ਜੋ ਆਪਣੇ ਪਿੱਛੇ ਬਜ਼ੁਰਗ ਮਾਪੇ, ਪਤਨੀ ਅਤੇ 6 ਸਾਲ ਦਾ ਬੱਚਾ ਛੱਡ ਗਿਆ।
2 ਅਪ੍ਰੈਲ ਨੂੰ यूएस ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੈਸਿਪਰੋਕਲ ਟੈਰਿਫ ਦੇ ਨਾਲ 25% ਆਟੋ ਟੈਰਿਫ ਲਾਗੂ ਕੀਤਾ ਹੈ। ਇਹ ਟੈਰਿਫ ਦੁਨੀਆ ਦੇ ਸਾਰੇ ਦੇਸ਼ਾਂ ਤੇ ਲਾਗੂ ਹੋਵੇਗਾ, ਜਿਸ ਦਾ ਅਸਰ ਭਾਰਤ ਤੇ ਵੀ ਪਵੇਗਾ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਆਟੋ ਟੈਰਿਫ ਨਾਲ ਅਮਰੀਕਾ ਨੂੰ ਕਿੰਨਾ ਫਾਇਦਾ ਹੋਵੇਗਾ ਅਤੇ ਭਾਰਤ ਨੂੰ ਕਿੰਨਾ ਨੁਕਸਾਨ ਹੋਵੇਗਾ। ਇੱਕ ਰਿਪੋਰਟ 'ਚ ਡੋਨਲਡ ਟਰੰਪ ਦੇ ਸਹਿਯੋਗੀ ਨੇ ਦਾਅਵਾ ਕੀਤਾ ਹੈ ਕਿ ਆਟੋ ਟੈਰਿਫ ਲਗਾਉਣ ਨਾਲ ਅਮਰੀਕਾ ਨੂੰ ਹਰ ਸਾਲ $100 ਅਰਬ ਯਾਨੀ ਕਿ 8.6 ਲੱਖ ਕਰੋੜ ਰੁਪਏ ਦਾ ਫਾਇਦਾ ਹੋ ਸਕਦਾ ਹੈ। ਦੂਜੇ ਪਾਸੇ ਇੱਕ ਹੋਰ ਰਿਪੋਰਟ 'ਚ ਕਿਹਾ ਗਿਆ ਕਿ 25% ਟੈਰਿਫ ਕਾਰਨ ਭਾਰਤ ਨੂੰ $31 ਅਰਬ ਯਾਨੀ ਕਿ 2.65 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ, ਜਿਸ 'ਚ ਸਭ ਤੋਂ ਜ਼ਿਆਦਾ ਅਸਰ ਆਟੋ ਸੈਕਟਰ ਤੇ ਦੇਖਿਆ ਜਾ ਸਕਦਾ ਹੈ। ਸੋ ਇਸ ਰਿਪੋਰਟ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਆਟੋ ਟੈਰਿਫ ਤੋਂ ਅਮਰੀਕਾ ਨੂੰ ਕੀ ਫਾਇਦਾ ਹੋ ਸਕਦਾ ਹੈ ਅਤੇ ਭਾਰਤ ਨੂੰ ਕਿਵੇਂ ਨੁਕਸਾਨ ਹੋ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਟੋ ਇੰਡਸਟਰੀ ਲਈ 25% ਟੈਰਿਫ ਦਾ ਐਲਾਨ ਕੀਤਾ, ਜਿਸ ਕਾਰਨ ਗਲੋਬਲ ਆਟੋ ਬਾਜ਼ਾਰ 'ਚ ਹਲਚਲ ਮਚ ਗਈ ਹੈ। ਰੋਜ਼ ਗਾਰਡਨ 'ਚ ਆਯੋਜਿਤ ਮੇਕ ਅਮਰੀਕਾ ਵੈਲਥੀ ਅਗੇਨ ਇਵੈਂਟ ਦੇ ਵਿੱਚ ਟਰੰਪ ਨੇ ਕਿਹਾ ਕਿ ਅੱਧੀ ਰਾਤ ਤੋਂ ਅਸੀਂ ਸਾਰੇ ਵਿਦੇਸ਼ੀ ਵਾਹਨਾਂ ਤੇ 25% ਟੈਰਿਫ ਲਗਾ ਦੇਵਾਂਗੇ। ਉਹਨਾਂ ਨੇ ਕਿਹਾ ਜੇਕਰ ਕਾਰ ਅਮਰੀਕਾ 'ਚ ਬਣੀ ਹੈ ਤਾਂ ਤੁਹਾਨੂੰ ਵਿਆਜ ਦਰ ਦੀ ਕਟੌਤੀ ਮਿਲੇਗੀ। ਅਮਰੀਕਾ 'ਚ ਅਜਿਹਾ ਕਦੇ ਨਹੀਂ ਹੋਇਆ। ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਸਾਰੀਆਂ ਅਮਰੀਕੀ ਦਰਾਮਦਾਂ ਤੇ 10% ਆਧਾਰ ਵਿਆਜ ਦੀ ਜੋੜਿਆ ਜਾਵੇਗਾ, ਹਾਲਾਂਕਿ ਇਸ ਸੇ ਜ਼ਿਆਦਾ ਸਪਸ਼ਟਤਾ ਨਹੀਂ ਹੈ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਜੀ ਪੰਜਾਬ ਮੇਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।